जी आਇਆਂ ਨੂੰ ਪਿਆਰੇ ਵਿਦਿਆਰਥੀਓ 11th ਕਲਾਸ ਦੀ ਇੰਗਲਿਸ਼ ਦੀ ਕਿਤਾਬ ਅ ਪੈਨੋਰਮਾ ਆਫ ਲਾਈਫ ਉਸਦੇ ਸੈਕਸ਼ਨ A ਦਾ ਲੈਸਨ ਨੰਬਰ 7 ਲੈਟਸ ਨਾਟ ਫੋਰਗੇਟ ਦੀ ਮਾਰਟਿਰਸ ਅਰਥਾਤ ਆਓ ਅਸੀਂ ਆਪਣੇ ਸ਼ਹੀਦਾਂ ਨੂੰ ਨਾ ਭੁੱਲੀਏ। ਸੋ ਇਹਦੇ ਵਿੱਚ 5 ਸ਼ਹੀਦਾਂ ਦਾ ਜ਼ਿਕਰ ਹੈ ਬੱਚਿਓ, ਤੇ ਇਹਨਾਂ ਨੂੰ ਅਸੀਂ 5 ਹਿੱਸਿਆਂ ਵਿੱਚ ਕਰਾਂਗੇ ਤਾਂ ਕਿ ਵੀਡੀਓਜ਼ ਬਹੁਤ ਲੰਬੇ ਨਾ ਹੋ ਜਾਣ, ਨਾਲੇ ਤੁਹਾਡੇ ਲਈ ਇਹ ਚੀਜ਼ ਸਮਝਣੀ ਵੀ ਸੌਖੀ ਹੋ ਜਾਏਗੀ। ਸੋ ਇਸ ਵੀਡੀਓ ਵਿੱਚ ਅਸੀਂ ਮੇਜਰ ਸੋਮਨਾਥ ਸ਼ਰਮਾ ਦੀ ਜੋ ਸੈਕਸ਼ਨ ਹੈ ਉਹ ਕਵਰ ਕਰਾਂਗੇ। ਸੋ ਇਸ ਵੀਡੀਓ ਦਾ ਰੀਡਿੰਗ ਐਂਡ ਐਕਸਪਲੇਨੇਸ਼ਨ ਇਸ ਜੋ ਹਿੱਸੇ ਦਾ ਰੀਡਿੰਗ ਐਕਸਪਲੇਨੇਸ਼ਨ ਪਾਰਟ 1 ਇਸ ਵੀਡੀਓ ਵਿੱਚ ਕੀਤੀ ਜਾਏਗੀ। ਸੋ ਤੁਸੀਂ ਬੜੇ ਧਿਆਨ ਦੇ ਨਾਲ ਸੁਣੋ, ਤੇ ਜਿਹੜੇ ਔਖੇ ਸ਼ਬਦ ਆਣਗੇ ਉਹਨਾਂ ਦੇ ਅਰਥ ਦੱਸੇ ਜਾਣਗੇ, ਉਹ ਨਾਲ ਦੇ ਨਾਲ ਤੁਸੀਂ ਆਪਣੀ ਨੋਟਬੁੱਕ ਵਿੱਚ ਨੋਟ ਕਰ ਲੈਣੇ ਨੇ। ਜਿਹੜੇ ਵਿਦਿਆਰਥੀਆਂ ਕੋਲ ਮੈਥ ਹੈਗਾ ਉਹ 11th ਮੈਥ ਦੀ ਪਲੇਲਿਸਟ ਵੀ ਦੇਖ ਸਕਦੇ ਹਨ। ਸੋ ਆਓ ਸ਼ੁਰੂ ਕਰੀਏ। ਪਹਿਲੇ ਇਹਦੀ ਜਾਣਕਾਰੀ ਦਿੱਤੀ ਹੋਈ ਹੈ। ਸੋ ਕਹਿੰਦੇ ਪਰਮਵੀਰ ਚੱਕਰ ਇਜ਼ ਦੀ ਹਾਈਐਸਟ ਗੈਲੈਂਟਰੀ ਅਵਾਰਡ instituted by the Government of India to be conferred on those soldiers who display exemplary courage and bravery in their fight for the honor, dignity and the protection of their motherland। देखो हाईएस्ट मैंने सब तो बड़ा, गैलेंट्री मैंने बहादुरी, अवार्ड मैंने इनाम, इंस्टीट्यूटेड मैंने ਥਾਪਿਆ ਗਿਆ ਹੈ ਬਾਈ ਦੀ ਗਵਰਨਮੈਂਟ ਆਫ ਇੰਡੀਆ, ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਇਨਾਮ ਰੱਖਿਆ ਗਿਆ ਹੈ ਸਭ ਤੋਂ ਵੱਡੀ ਬਹਾਦਰੀ ਦਾ ਪਰਮਵੀਰ ਚੱਕਰ। ਟੂ ਬੀ ਕੌਨਫਰਡ ਨਿਵਾਜਣ ਲਈ, ਸਨਮਾਨਿਤ ਕਰਨ ਲਈ ਕਿ ਇਹਨਾਂ ਨੂੰ ਔਨ ਦੋਜ਼ ਸੋਲਜਰਸ ਉਹਨਾਂ ਫੌਜੀਆਂ ਲਈ ਹੂ ਡਿਸਪਲੇ ਐਗਜ਼ੈਂਪਲਰੀ, ਐਗਜ਼ੈਂਪਲਰੀ ਦਾ ਮਤਲਬ ਹੁੰਦਾ ਹੈ ਜ਼ਿਕਰਯੋਗ, ਜਿਹਦੀ ਮਿਸਾਲ ਦੇਣ ਯੋਗੀ ਹੋਵੇ, ਅਰਥਾਤ ਐਕਸਟਰਾ ਆਰਡੀਨਰੀ, ਕਮਾਲ ਦੀ। ਡਿਸਪਲੇ ਮੈਨੇ ਪ੍ਰਦਰਸ਼ਨ, ਕਰੇਜ ਮੈਨੇ ਬਹਾਦੁਰੀ ਐਂਡ ਬਰੇਵਰੀ ਮੈਨੇ ਵੀ ਬਹਾਦੁਰੀ ਹੁੰਦਾ ਹੈ, ਸੂਰਮਗਤੀ ਕਹਿ ਲਓ। ਇਨ ਦੇਅਰ ਫਾਈਟ, ਉਹਨਾਂ ਦੀ ਸੂਰਮਗਤੀ ਕਿੱਥੇ? ਉਹਨਾਂ ਦੀ ਲੜਾਈ ਵਿੱਚ, ਫॉर ਦੀ ਔਨਰ, ਸ਼ਾਨ, ਡਿਗਨਿਟੀ, ਅਣਖ, ਐਂਡ ਦੀ ਪ੍ਰੋਟੈਕਸ਼ਨ, ਰਾਖੀ ਆਫ ਦੇਅਰ ਮਦਰਲੈਂਡ, ਅਰਥਾਤ ਆਪਣੀ ਮਾਤ ਭੂਮੀ ਦੀ ਰਾਖੀ ਲਈ, ਸ਼ਾਨ ਲਈ, ਅਣਖ ਲਈ ਲੜਦੇ ਹੋਏ ਜਿਹੜੀ ਬਹਾਦੁਰੀ ਤੇ ਸੂਰਮਗਤੀ ਹੈ ਜੋ ਕਿ ਬੜੀ ਕਮਾਲ ਦੀ ਹੈ, ਜ਼ਿਕਰਯੋਗ ਹੈ, ਉਹਨਾਂ ਫੌਜੀਆਂ ਨੂੰ ਸਨਮਾਨਿਤ ਕਰਨ ਲਈ ਇਹ ਪਰਮਵੀਰ ਚੱਕਰ ਸਭ ਤੋਂ ਵੱਡਾ ਜਿਹੜਾ ਬਹਾਦਰੀ ਦਾ ਇਨਾਮ ਹੈ ਇਹ ਭਾਰਤ ਸਰਕਾਰ ਵੱਲੋਂ ਇੰਸਟੀਚਿਊਟ ਕੀਤਾ ਗਿਆ ਹੈ। ਠੀਕ ਹੈ, ਤੇ ਇਹਨੂੰ ਮਤਲਬ ਕਿ ਸੰਸਥਾਬੱਧ ਕੀਤਾ ਗਿਆ ਹੈ। ਵੀ ਕੈਨ ਸਲੀਪ ਇਨ ਪੀਸ, ਅਸੀਂ ਸ਼ਾਂਤੀ ਵਿੱਚ ਸੌਂ ਸਕਦੇ ਹਾਂ, ਓਨਲੀ ਬਿਕੋਜ਼, ਸਿਰਫ ਇਸ ਕਰਕੇ, ਆਫ ਦੀ ਅਲਰਟ ਪ੍ਰੈਜ਼ੈਂਸ, ਪ੍ਰੈਜ਼ੈਂਸ ਮੈਨੇ ਹਾਜ਼ਰੀ, ਅਲਰਟ ਮੈਨੇ ਚੌਕਸੀ ਭਰੀ, ਚੌਕੰਨੀ ਹਾਜ਼ਰੀ ਕਰਕੇ, ਆਫ ਦੀ ਸੈਂਟੀਨਲਸ, ਸੈਂਟੀਨਲਸ ਹੁੰਦੇ ਸਿਪਾਹੀ, ਸੰਤਰੀ, ਗਾਰਡ, ਐਟ ਦੀ ਬਾਰਡਰਸ ਆਫ ਆਵਰ ਕੰਟਰੀ, ਬਾਰਡਰਸ ਮੈਨੇ ਸਰਹੱਦਾਂ, ਆਫ ਆਵਰ ਕੰਟਰੀ, ਸਾਡੇ ਦੇਸ਼ ਦੀਆਂ ਸਰਹੱਦਾਂ ਉੱਤੇ ਚੌਕਸ ਭਰੀ ਜਿਹੜੀ ਹਾਜ਼ਰੀ ਹੈ ਇਹਨਾਂ ਸੰਤਰੀਆਂ ਦੀ, ਉਹਨਾਂ ਕਰਕੇ ਹੀ ਅਸੀਂ ਸ਼ਾਂਤੀ ਵਿੱਚ ਸੌਂ ਸਕਦੇ ਹਾਂ। ਦੀ ਐਕਸਰਪਟਸ, ਐਕਸਰਪਟਸ ਦਾ ਮਤਲਬ ਹੁੰਦਾ ਹਿੱਸੇ, ਲਿਖਤੀ ਹਿੱਸੇ। ਬਿਲੋ, ਥੱਲੇ ਜਿਹੜੇ ਆਉਣਗੇ ਅੱਗੇ, ਡਿਸਕ੍ਰਾਈਬ ਦੀ ਹੀਰੋਇਕਸ, ਹੀਰੋਇਕਸ ਮੈਨੇ ਕਾਰਨਾਮੇ, ਆਫ ਸਮ ਆਫ ਦੀ ਰਿਸੀਪੀਐਂਟਸ, ਕੁਛ ਪ੍ਰਾਪਤ ਕਰਤਾ, ਰਿਸੀਪੀਐਂਟ ਹੁੰਦਾ ਜਿਹਨੂੰ ਇਨਾਮ ਮਿਲਿਆ ਹੈ। ਆਫ ਸਮ ਆਫ ਦੀ, ਕੁਛ ਦਾ ਜ਼ਿਕਰ ਹੈ, ਬੜਿਆਂ ਨੂੰ ਮਿਲਿਆ ਪਰਮਵੀਰ ਚੱਕਰ, ਤੇ ਇਸ ਲੈਸਨ ਵਿੱਚ 5 ਦਾ ਜ਼ਿਕਰ ਹੈ। ਸਮ ਆਫ ਦੀ ਰਿਸੀਪੀਐਂਟਸ ਆਫ ਦਿਸ ਗ੍ਰੇਟ ਆਨਰ, ਇਸ ਮਹਾਨ ਸਨਮਾਨ ਦੇ ਜੋ ਪ੍ਰਾਪਤਕਰਤਾ ਨੇ ਉਹਨਾਂ ਦਾ ਜ਼ਿਕਰ ਹੋਏਗਾ। ਦੇ ਲੇਡ ਡਾਊਨ ਦੇਅਰ ਲਾਈਵਸ, ਲੇ ਡਾਊਨ ਦੇਅਰ ਲਾਈਵ ਦਾ ਮਤਲਬ ਹੁੰਦਾ ਹੈ ਜਾਨ ਨਿਛਾਵਰ ਕਰ ਦੇਣੀ, ਜਾਨ ਦਾਅ ਤੇ ਲਾ ਦੇਣੀ। ਦੇ ਲੇਡ ਡਾਊਨ ਦੇਅਰ ਲਾਈਵਸ, ਉਹਨਾਂ ਨੇ ਆਪਣੀ ਜਾਨਾਂ ਵਾਰ ਦਿੱਤੀਆਂ। ਬਟ ਚੇਂਜ ਦੀ ਕੋਰਸ ਆਫ ਦੀ ਵਾਰ, ਚੇਂਜ ਦੀ ਕੋਰਸ ਆਫ ਦੀ ਵਾਰ ਮੈਨੇ ਜੰਗ ਦਾ ਰੁਖ ਬਦਲ ਦਿੱਤਾ, ਅਰਥਾਤ ਹਾਰਦੀ ਹੋਈ ਜੰਗ ਨੂੰ ਜਿੱਤ ਲਿਆ। ਚੇਂਜ ਦੀ ਕੋਰਸ, ਕੋਰਸ ਹੁੰਦਾ ਰਸਤਾ, ਆਫ ਵਾਰ, ਅਰਥਾਤ ਜੰਗ ਦਾ, ਹੁੰਦੀ ਜੰਗ ਦਾ ਰੁਖ ਬਦਲ ਕੇ ਰੱਖ ਦਿੱਤਾ। ਥਰੂ ਦੇਅਰ ਗ੍ਰੇਟ ਡਿਸਪਲੇ ਆਫ ਕਰੇਜ, ਆਪਣੀ ਮਹਾਨ ਬਹਾਦੁਰੀ ਦੇ ਪ੍ਰਦਰਸ਼ਨ ਰਾਹੀਂ। ਬਾਈ ਇਨਫਲਿਕਟਿੰਗ ਹੈਵੀ ਲਾਸਿਸ ਅਪੋਨ ਦੀ ਫੋਜ਼, ਫੋਜ਼ ਦਾ ਮਤਲਬ ਹੁੰਦਾ ਹੈ ਦੁਸ਼ਮਣ, ਇਨਫਲਿਕਟ ਹੈਵੀ ਲਾਸ ਦਾ ਮਤਲਬ ਹੁੰਦਾ ਹੈ ਭਾਰੀ ਨੁਕਸਾਨ ਕਰਕੇ, ਅਪੋਨ ਦੀ ਫੋਜ਼ ਮੈਨੇ ਦੁਸ਼ਮਣਾਂ ਦਾ ਭਾਰੀ ਨੁਕਸਾਨ ਕਰਕੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਹੋਏ ਉਹਨਾਂ ਨੇ ਜੰਗ ਦੇ ਰੁਖ ਨੂੰ, ਜੰਗ ਦੀ ਦਿਸ਼ਾ ਨੂੰ ਨਵਾਂ ਮੋੜ ਦਿੱਤਾ। ਹੁਣ ਆਏਗਾ ਮੇਜਰ ਸੋਮਨਾਥ ਸ਼ਰਮਾ ਦੇ ਬਾਰੇ ਜਾਣਕਾਰੀ। ਪਹਿਲੀ ਜਿਹੜੀ ਭੂਮਿਕਾ ਸੀਗੀ ਉਹ ਲੈਸਨ ਦੇ ਸ਼ੁਰੂਆਤ ਵਿੱਚ ਹੈ, ਉਹ ਪਰਮਵੀਰ ਚੱਕਰ ਬਾਰੇ ਜਾਣਕਾਰੀ ਸੀ। ਕਹਿੰਦੇ ਮੇਜਰ ਸੋਮਨਾਥ ਸ਼ਰਮਾ 1923 ਤੋਂ ਲੈ ਕੇ 1947 ਤੱਕ, ਸੋ ਬੱਚਿਓ ਦੇਖੋ 24 ਸਾਲ ਦੀ ਉਮਰ,
3 और 4 7 ਤੇ 2 और 2 4 24 ਸਾਲ ਦੀ ਉਮਰ 'ਚ ਮਤਲਬ ਕਿ ਉਹ ਬੰਦਾ ਅਕਾਲ ਚਲਾਣਾ ਕਰ ਗਿਆ, ਸ਼ਹੀਦ ਹੋ ਗਿਆ। ਸੋ ਮੇਜਰ ਸੋਮਨਾਥ ਸ਼ਰਮਾ 1923 ਤੋਂ ਲੈ ਕੇ 1947 ਵਾਜ਼ ਦੀ ਫਸਟ ਰਿਸੀਪੀਐਂਟ ਆਫ ਦੀ ਪਰਮਵੀਰ ਚੱਕਰ, ਅਰਥਾਤ ਪਰਮਵੀਰ ਚੱਕਰ ਦਾ ਪਹਿਲਾ ਪ੍ਰਾਪਤਕਰਤਾ। ਇੰਡੀਆ ਵਿੱਚ ਪਹਿਲਾ ਪਰਮਵੀਰ ਚੱਕਰ ਸੋਮਨਾਥ ਸ਼ਰਮਾ ਨੂੰ ਮਿਲਿਆ। ਦੀ ਹਾਈਐਸਟ ਇੰਡੀਅਨ ਗੈਲੈਂਟਰੀ ਅਵਾਰਡ, ਸਭ ਤੋਂ ਉੱਚਾ ਬਹਾਦਰੀ ਦਾ ਇਨਾਮ। ਹੀ ਵਾਜ਼ ਅਵਾਰਡਡ ਦੀ ਮੈਡਲ, ਉਹਨੂੰ ਇਹ ਜਿਹੜਾ ਤਗਮਾ ਜਿਹੜਾ ਸੀਗਾ ਉਹਨੂੰ ਦਿੱਤਾ ਗਿਆ, ਅਵਾਰਡਡ ਮਤਲਬ ਕਿ ਉਹਨੂੰ ਨਿਵਾਜਿਆ ਗਿਆ ਪੋਸਥੂਮਸਲੀ। ਹੁਣ ਪੋਸਥੂਮਸਲੀ ਕੀ ਹੁੰਦਾ ਬੱਚਿਓ? ਪੋਸਥੂਮਸਲੀ ਦਾ ਮਤਲਬ ਹੁੰਦਾ ਹੈ ਮਰਨ ਤੋਂ ਬਾਅਦ, ਅਰਥਾਤ ਉਹ ਸ਼ਹੀਦ ਹੋ ਗਿਆ ਤੇ ਮਗਰੋਂ ਦੀ ਉਹਦੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਉਹ ਇਨਾਮ ਦਿੱਤਾ ਗਿਆ। ਪੋਸਥੂਮਸਲੀ ਦਾ ਮਤਲਬ ਹੁੰਦਾ ਹੈ ਜੋ ਚੀਜ਼ ਮਰਨ ਤੋਂ ਬਾਅਦ ਹੋਵੇ। ਜਿੱਦਾਂ ਕਿਸੇ ਲਿਖਾਰੀ ਦੀ ਕਿਤਾਬ ਉਹਨੇ ਛਪਣ ਲਈ ਦਿੱਤੀ ਹੋਵੇ ਤੇ ਹਾਲੇ ਛਪ ਕੇ ਬਾਹਰ ਨਾ ਆਈ ਹੋਵੇ ਤੇ ਉਹ ਕਿਤਾਬ ਜਿਹੜੀ ਹੈ ਉਹ ਜਿਹੜਾ ਲਿਖਾਰੀ ਹੈ ਮਰ ਜਾਏ, ਤੇ ਫਿਰ ਅਸੀਂ ਕਹਿੰਦੇ ਹਾਂ ਦੀ ਬੁੱਕ ਵਾਜ਼ ਪਬਲਿਸ਼ਡ ਪੋਸਥੂਮਸਲੀ, ਅਰਥਾਤ ਇਹ ਕਿਤਾਬ ਉਹਦੇ ਲਿਖਾਰੀ ਦੇ ਮਰਨ ਤੋਂ ਬਾਅਦ ਛਪ ਕੇ ਬਾਹਰ ਆਈ। ਠੀਕ ਹੈ। ਸੋ ਇਸੇ ਤਰ੍ਹਾਂ ਇਹ ਇਨਾਮ ਜਿਹੜਾ ਸੀਗਾ ਇਹ ਮੇਜਰ ਸੋਮਨਾਥ ਸ਼ਰਮਾ ਨੂੰ ਪੋਸਥੂਮਸਲੀ ਮਤਲਬ ਕਿ ਉਹਦੇ ਮਰਨ ਤੋਂ ਬਾਅਦ ਦਿੱਤਾ ਗਿਆ। ਤੇ ਮਰਨ ਤੋਂ ਬਾਅਦ ਫਿਰ ਕੌਣ ਲੈਂਦਾ ਹੈ? ਉਹ ਕੋਈ ਪਰਿਵਾਰ ਦਾ ਮੈਂਬਰ ਲੈਂਦਾ। ਸੋ ਫॉर ਹਿਜ਼ ਬਰੇਵਰੀ, ਉਹਦੀ ਬਹਾਦਰੀ ਲਈ, ਇਨ ਦੀ ਕਸ਼ਮੀਰ ਆਪਰੇਸ਼ਨਸ, ਅਰਥਾਤ ਕਸ਼ਮੀਰ ਦੇ ਵਿੱਚ ਜਿਹੜੇ ਉਹ ਆਪਰੇਸ਼ਨਸ ਹੋਇਆ, ਜਿਹੜਾ ਹੈ ਮਤਲਬ ਕਿ ਲੜਾਈ ਹੋਈ ਉਹਦੇ ਵਿੱਚ। ਕਦੋਂ? ਇਨ ਨਵੰਬਰ 1947, ਅਗਸਤ ਵਿੱਚ ਦੇਸ਼ ਆਜ਼ਾਦ ਹੋਇਆ ਸੀਗਾ 15 ਅਗਸਤ ਨੂੰ, ਤੇ ਤਕਰੀਬਨ 2 ਮਹੀਨਿਆਂ ਬਾਅਦ ਹੀ, ਠੀਕ ਹੈ, ਮਤਲਬ 3 ਮਹੀਨਿਆਂ ਬਾਅਦ ਹੀ। ਸੋ ਨਵੰਬਰ 1947 ਵਿੱਚ ਜਿਹੜਾ ਕਸ਼ਮੀਰ ਦਾ ਜਿਹੜਾ ਹਲਚਲ ਹੋਈ ਉਹਦੇ ਵਿੱਚ ਬਹਾਦਰੀ ਕਰਕੇ ਉਹਨੂੰ ਇਨਾਮ ਮਿਲਿਆ। ਹੀ ਡਾਈਡ ਵਾਈਲ ਐਵਿਕਟਿੰਗ, ਐਵਿਕਟ ਹੁੰਦਾ ਹੈ ਬਾਹਰ ਕੱਢਣਾ, ਜ਼ੋਰ ਲਾ ਕੇ, ਤਾਕਤ ਵਰਤ ਕੇ, ਪਰ ਧੱਕੇ ਨਾਲ ਨਹੀਂ, ਮਤਲਬ ਕਿ ਧੱਕੇ ਨਾਲ ਕੱਢਣਾ, ਪਰ ਇਹ 'ਚ ਮਤਲਬ ਕਿ ਅਨਿਆਂ ਕਰਕੇ ਨਹੀਂ। ਜਿਹੜਾ ਬੰਦਾ ਗਲਤ ਤਰੀਕੇ ਨਾਲ ਕਿਸੇ ਪ੍ਰਾਪਰਟੀ ਤੇ ਜਾਂ ਕਿਸੇ ਜਗ੍ਹਾ ਤੇ ਆ ਗਿਆ ਹੋਵੇ ਜੋ ਗੈਰ ਕਾਨੂੰਨੀ ਹੈ, ਤੇ ਉਹਨੂੰ ਫਿਰ ਬਲ ਵਰਤ ਕੇ, ਤਾਕਤ ਵਰਤ ਕੇ ਬਾਹਰ ਕੱਢਣਾ। ਠੀਕ ਹੈ। ਕਿਉਂਕਿ ਪਾਕਿਸਤਾਨੀ ਇਨਫਿਲਟਰੇਟਰ, ਇਨਫਿਲਟਰੇਟਰ ਮਤਲਬ ਹੁੰਦਾ ਹੈ ਘੁਸਪੈਠੀ ਹੈ, ਰੇਡਰ ਮੈਨੇ ਹਮਲਾਵਰ, ਫਰੋਮ ਸ਼੍ਰੀਨਗਰ ਏਅਰਪੋਰਟ ਡਿਊਰਿੰਗ ਦੀ ਇੰਡੋ ਪਾਕ ਵਾਰ ਆਫ 1947-48 ਇਨ ਕਸ਼ਮੀਰ। ਕਹਿੰਦੇ ਕਿ ਜਿਹੜੇ ਪਾਕਿਸਤਾਨੀ ਘੁਸਪੈਠੀਏ ਅਤੇ ਜਿਹੜੇ ਹਮਲਾਵਰ ਸੀਗੇ ਉਹਨਾਂ ਨੂੰ ਸ਼੍ਰੀਨਗਰ ਏਅਰਪੋਰਟ ਚੋਂ ਕੱਢਣ ਵੇਲੇ ਉਹ ਮਰਿਆ। ਹੀ ਡਾਈਡ ਵਾਈਲ ਐਵਿਕਟਿੰਗ, ਐਵਿਕਟ ਮੈਨੇ ਕੱਢ ਕੇ ਬਾਹਰ ਉਹਨਾਂ ਨੂੰ, ਮਤਲਬ ਕਿਸੇ ਚੀਜ਼ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਹੋਵੇ ਗੈਰ ਕਾਨੂੰਨੀ ਢੰਗ ਨਾਲ, ਤੇ ਉਹਨਾਂ ਨੂੰ ਬਲ ਵਰਤ ਕੇ ਬਾਹਰ ਕੱਢਣਾ। ਸੋ ਉਹਨਾਂ ਨੂੰ ਬਾਹਰ ਕੱਢਦੇ ਹੋਏ, ਇਨਫਿਲਟਰੇਟਰ ਦਾ ਮਤਲਬ ਹੈ ਘੁਸਪੈਠੀਏ, ਰੇਡਰ ਦਾ ਮਤਲਬ ਹੈ ਹਮਲਾਵਰ, ਫਰੋਮ ਸ਼੍ਰੀਨਗਰ ਏਅਰਪੋਰਟ, ਸ਼੍ਰੀਨਗਰ ਏਅਰਪੋਰਟ ਵਿੱਚੋਂ, ਡਿਊਰਿੰਗ ਦੀ ਇੰਡੋ ਪਾਕ ਵਾਰ ਆਫ 1947-48 ਇਨ ਕਸ਼ਮੀਰ, ਅਰਥਾਤ 1947-48 ਦੀ ਕਸ਼ਮੀਰ ਦੀ ਇੰਡੀਆ ਪਾਕਿਸਤਾਨ ਦੀ ਜੰਗ ਦੇ ਦੌਰਾਨ। ਹੀ ਬਿਲੋਂਗਡ ਟੂ ਦੀ 4th ਕੁਮਾਊਂ ਰੈਜੀਮੈਂਟ, ਕੁਮਾਊਂ ਰੈਜੀਮੈਂਟ ਦਾ ਮਤਲਬ ਹੁੰਦਾ ਬੱਚਿਓ ਜਿਹੜੀ ਉਹ ਫੌਜ ਦੀ ਜਿਹੜੀ ਹੁੰਦੀ ਹੈ ਰੈਜੀਮੈਂਟ, ਹੈ ਨਾ, ਤੇ ਕੁਮਾਊਂ ਉਹਦਾ ਨਾਮ ਹੈਗਾ, ਜਿੱਦਾਂ ਸਿੱਖ ਰੈਜੀਮੈਂਟ, ਗੋਰਖਾ ਰੈਜੀਮੈਂਟ ਨਾਂ ਹੈਗੇ ਨੇ ਵੱਖਰੇ ਵੱਖਰੇ। ਹੀ ਬਿਲੋਂਗ ਟੂ ਦੀ 4th ਕੁਮਾਊਂ ਰੈਜੀਮੈਂਟ, ਅਰਥਾਤ ਉਹ ਚੌਥੇ ਕੁਮਾਊਂ ਰੈਜੀਮੈਂਟ ਦੇ ਨਾਲ ਸੰਬੰਧ ਰੱਖਦਾ ਸੀ। ਮੇਜਰ ਸੋਮਨਾਥ ਸ਼ਰਮਾ ਵਾਜ਼ ਬੋਰਨ ਔਨ 31 ਜਨਵਰੀ 1923 ਐਟ ਡੱਡ, ਕਾਂਗੜਾ, ਹਿਮਾਚਲ ਪ੍ਰਦੇਸ਼, ਇੰਡੀਆ। 31 ਜਨਵਰੀ 1923 ਨੂੰ, 1923 ਹੈ ਜਨਮ ਦਾ ਸਨ, ਡੱਡ, ਕਾਂਗੜਾ, ਹਿਮਾਚਲ ਪ੍ਰਦੇਸ਼ ਵਿਖੇ ਜਨਮ ਹੋਇਆ। ਹੀ ਕੇਮ ਫਰਮ ਅ ਵੈਲ ਨੋਨ ਦਾ ਮਤਲਬ ਮੰਨੀ ਪਰਮੰਨੀ, ਜਾਣੀ ਪਛਾਣੀ, ਮਿਲਟਰੀ ਫੈਮਿਲੀ, ਅਰਥਾਤ ਉਹ ਮਿਲਟਰੀ ਪਰਿਵਾਰ ਤੋਂ, ਫੌਜੀ ਪਰਿਵਾਰ, ਜਾਣੇ ਪਛਾਣੇ ਫੌਜੀ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਹਿਸ ਫਾਦਰ, ਉਹਦੇ ਪਿਤਾ ਜੀ, ਮੇਜਰ ਜਨਰਲ ਅਮਰਨਾਥ ਸ਼ਰਮਾ ਵਾਜ਼ ਆਲਸੋ ਮਿਲਟਰੀ ਅਫਸਰ, ਉਹਦੇ ਪਿਤਾ ਜੋ ਮੇਜਰ ਜਨਰਲ ਅਮਰਨਾਥ ਸ਼ਰਮਾ ਵੀ ਇੱਕ ਮਿਲਟਰੀ ਦੇ ਅਫਸਰ ਸੀਗੇ। ਫਿਰ ਆ ਗਿਆ ਹਿਸ ਕੰਪਨੀ, ਇੱਥੇ ਕੰਪਨੀ ਦਾ ਮਤਲਬ ਟੁਕੜੀ, ਫੌਜੀਆਂ ਦੀ ਟੁਕੜੀ ਜੋ ਛੋਟੀ ਹੁੰਦੀ ਹੈ, ਜੋ ਰੈਜੀਮੈਂਟ ਦਾ ਹਿੱਸਾ ਹੁੰਦੀ ਹੈ। ਹਿਸ ਕੰਪਨੀ ਵਾਜ਼ ਏਅਰਲਿਫਟਡ, ਏਅਰਲਿਫਟਡ ਦਾ ਮਤਲਬ ਹੈ ਕਿ ਹੈਲੀਕਾਪਟਰ ਵਾਲੀ ਹਵਾਈ ਜਹਾਜ਼ਾਂ ਰਾਹੀਂ ਚੱਕ ਕੇ ਲਿਜਾਈ ਗਈ, ਟੂ ਸ਼੍ਰੀਨਗਰ ਔਨ 31 ਅਕਤੂਬਰ 1947, ਅਰਥਾਤ ਉਹਦੀ ਟੁਕੜੀ ਨੂੰ ਹਵਾਈ ਜਹਾਜ਼ ਰਾਹੀਂ ਸ਼੍ਰੀਨਗਰ 31 ਅਕਤੂਬਰ 1947 ਨੂੰ ਲਿਜਾਇਆ ਗਿਆ। ਹਿਜ਼ ਰਾਈਟ ਹੈਂਡ ਵਾਜ਼ ਇਨ ਪਲਾਸਟਰ ਕਾਸਟ, ਇੱਥੇ ਕਾਸਟ ਦਾ ਮਤਲਬ ਸਾਂਚਾ, ਅਰਥਾਤ ਉਹਦੇ ਸੱਜੇ ਹੱਥ ਤੇ ਪਲਸਤਰ ਚੜਿਆ ਹੋਇਆ ਸੀ ਉਦੋਂ। ਐਜ਼ ਅ ਰਿਜ਼ਲਟ ਆਫ ਇੰਜਰੀਜ਼, ਸੱਟਾਂ ਕਰਕੇ, ਸਸਟੇਨਡ ਜੋ ਉਹਨੇ ਝੱਲੀਆਂ, ਮਤਲਬ ਕਿ ਇਨ ਦੀ ਹਾਕੀ ਫੀਲਡ ਪ੍ਰੀਵੀਅਸਲੀ, ਮਤਲਬ ਪਹਿਲਾਂ ਕਿਤੇ ਹਾਕੀ ਦੇ ਮੈਦਾਨ ਵਿੱਚ ਸੱਟ ਲੱਗੀ ਸੀ ਤੇ ਉਹਦੇ ਸੱਜੇ ਹੱਥ ਨੂੰ ਪਲਸਤਰ ਚੜਿਆ ਹੋਇਆ ਸੀਗਾ। ਬਟ ਹੀ ਇਨਸਿਸਟਡ ਔਨ, ਇਨਸਿਸਟ ਹੁੰਦਾ ਜਿੱਦ ਕਰਨੀ, ਅੜੀ ਕਰਨੀ, ਕਾਹਤੇ ਜਿੱਦ ਕੀਤੀ, ਔਨ ਬੀਇੰਗ ਵਿਦ ਹਿਸ ਕੰਪਨੀ, ਕਿ ਮੈਂ ਆਪਣੀ ਕੰਪਨੀ, ਆਪਣੀ ਜੋ ਮੇਰੀ ਟੁਕੜੀ ਹੈ ਜਿਹਦਾ ਮੈਂ ਇੰਚਾਰਜ ਹਾਂ ਉਹਦੇ ਨਾਲ ਰਹਿਣਾ, ਮੈਂ ਵੀ ਨਾਲ ਜਾਣਾ ਹੈ।
इन कंबाट मैंने ਹੁੰਦਾ ਲੜਾਈ ਐਂਡ ਵਾਸ ਗਿਵਨ ਪਰਮਿਸ਼ਨ ਟੂ ਗੋ, ਤੇ ਇਸ ਕਰਕੇ ਉਹਨੂੰ ਫਿਰ ਜਿਲੇ ਉਹਨੇ ਜਿੱਦ ਕੀਤੀ ਤੇ ਉਹਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਅਰਥਾਤ ਪਹਿਲੇ ਉਹਨੂੰ ਕਿਹਾ ਗਿਆ ਵੀ ਤੇਰੇ ਹੱਥ ਤੇ ਪਲਸਤਰ ਚੜਿਆ ਵੀ ਤੂੰ ਨਾ ਜਾ, ਪਰ ਉਹਨੇ ਇਸ ਗੱਲ ਦੀ ਜਿੱਦ ਕੀਤੀ ਕਿ ਮੈਂ ਜਾਣਾ ਹੈ, ਠੀਕ ਹੈ, ਤੇ ਫਿਰ ਉਹਨੂੰ ਪਰਮਿਸ਼ਨ ਦੇ ਦਿੱਤੀ ਗਈ। ਫਿਰ ਔਨ 3 ਨਵੰਬਰ 1947 3 ਨਵੰਬਰ 1947 ਨੂੰ ਮੇਜਰ ਸੋਮਨਾਥ ਸ਼ਰਮਾ's ਕੰਪਨੀ ਵਾਜ਼ ਆਰਡਰਡ, ਕੰਪਨੀ ਦਾ ਮਤਲਬ ਫਿਰ ਉਹ ਟੁਕੜੀ, ਉਹਦੀ ਜੋ ਫੌਜ ਦੀ ਟੁਕੜੀ ਸੀ ਉਹਨੂੰ ਹੁਕਮ ਕੀਤਾ ਗਿਆ ਔਨ ਅ ਫਾਈਟਿੰਗ ਪੈਟਰੋਲ। ਫਾਈਟਿੰਗ ਪੈਟਰੋਲ ਦਾ ਤੇ ਮਤਲਬ ਉਹਦੇ ਪਹਿਰਾ ਦੇਣਾ, ਫਾਈਟਿੰਗ ਪੈਟਰੋਲ ਮੈਨੇ ਜੰਗ ਲੜਦੇ ਪਹਿਰਾ, ਵੀ ਪਹਿਰਾ ਵੀ ਦੇਣਾ ਤੇ ਨਾਲ ਲੜਾਈ ਵੀ ਕਰਨੀ ਹੈ। ਟੂ ਬਡਗਾਮ ਵਿਲੇਜ ਇਨ ਦੀ ਕਸ਼ਮੀਰ ਵੈਲੀ, ਅਰਥਾਤ ਬਡਗਾਮ ਨਾਮ ਦੇ ਪਿੰਡ ਕਸ਼ਮੀਰ ਦੀ ਵਾਦੀ ਵਿੱਚ ਭੇਜਿਆ ਗਿਆ। ਆ ਟਰਾਈਬਲ ਲਸ਼ਕਰ ਦਾ ਮਤਲਬ ਹੁੰਦਾ ਫੌਜੀ, ਟਰਾਈਬਲ ਮੈਨੇ ਕਬੀਲੇ ਵਾਲੇ, ਅਰਥਾਤ ਕਬੀਲੀਏ ਫੌਜੀ ਜਿਹੜੇ ਸੀਗੇ ਆਫ 700 ਰੇਡਰਸ, 700 ਦੇ ਕਰੀਬ ਜਿਹੜੇ ਧਾੜਵੀ ਸੀਗੇ, ਅਪਰੋਚਡ ਬਡਗਾਮ, ਉਹਨਾਂ ਨੇ ਬਡਗਾਮ ਦੇ ਵੱਲ ਨੇੜੇ ਆਏ, ਜੋ ਪਿੰਡ ਸੀਗਾ ਕਸ਼ਮੀਰ ਦੀ ਵਾਦੀ ਵਿੱਚ, ਫਰੋਮ ਦੀ ਡਾਇਰੈਕਸ਼ਨ ਆਫ ਗੁਲਮਰਗ ਦੀ ਦਿਸ਼ਾ ਵੱਲੋਂ 700 ਦੇ ਕਰੀਬ ਕਬੀਲੀਏ ਫੌਜੀ ਜਿਹੜੇ ਸੀਗੇ ਉਹ ਧਾੜਵੀ ਬਣ ਕੇ ਬਡਗਾਮ ਵੱਲ ਆਏ। ਦੀ ਕੰਪਨੀ ਵਾਜ਼ ਸੂਨ ਸਰਾਊਂਡਡ ਬਾਈ ਦੀ ਐਨੀਮੀ, ਜਿਹੜੀ ਟੁਕੜੀ ਸੀ ਮੇਜਰ ਸ਼ਰਮਾ ਦੀ ਉਹ ਬੜੀ ਛੇਤੀ ਹੀ ਘੇਰ ਲਈ ਗਈ, ਸਰਾਊਂਡਡ ਮੈਨੇ ਘੇਰ ਲਈ ਗਈ, ਵਾਜ਼ ਸੂਨ ਸਰਾਊਂਡਡ, ਛੇਤੀ ਹੀ ਘੇਰ ਲਈ ਗਈ, ਬਾਈ ਦੀ ਐਨੀਮੀ, ਦੁਸ਼ਮਣ ਵੱਲੋਂ, ਫਰੋਮ 3 ਸਾਈਡਸ, 3 ਪਾਸਿਆਂ ਤੋਂ, ਐਂਡ ਸਸਟੇਨਡ ਹੈਵੀ ਕੈਜੂਅਲਟੀਜ਼, ਅਤੇ ਉਸ ਟੁਕੜੀ ਨੇ ਝੱਲੀਆਂ, ਸਸਟੇਨਡ ਮੈਨੇ ਝੱਲੀਆਂ, ਹੈਵੀ ਕੈਜੂਅਲਟੀਜ਼ ਮੈਨੇ ਜਾਨੀ ਨੁਕਸਾਨ ਝੱਲਿਆ, ਅਰਥਾਤ ਉਹ ਟੁਕੜੀ ਦਾ, ਭਾਰਤੀ ਟੁਕੜੀ ਦਾ ਬਹੁਤ ਵੱਡਾ ਨੁਕਸਾਨ ਹੋਇਆ। ਫਰੋਮ ਦੀ ਇਨਸੂਇੰਗ ਮੋਟਰ ਬੰਬਾਰਡਮੈਂਟ, ਮੋਟਰ ਹੁੰਦੇ ਬੱਚਿਓ ਇੱਕ ਭਾਰੀ ਗਨ ਹੁੰਦੀ ਹੈ, ਭਾਰੀ ਬੰਦੂਕ ਹੁੰਦੀ ਹੈ, ਜਿਹਦੇ ਰਾਹੀਂ ਗੋਲੇ ਜਿਹੜੇ ਨੇ ਬੜੀ ਉੱਚੀ ਸੁੱਟੇ ਜਾਂਦੇ ਨੇ, ਤੇ ਬੰਬਾਰਡਮੈਂਟ ਹੁੰਦਾ ਮੈਨੇ ਗੋਲਾਬਾਰੀ, ਅਰਥਾਤ ਉਸ ਬੰਦੂਕ ਦੀ ਮੋਟਰ ਜਿਹੜੀ ਸੀ ਉਹਦੀ ਗੋਲਾਬਾਰੀ ਦੇ ਚਲਦੇ ਉਹਨਾਂ ਨੂੰ ਬੜਾ ਨੁਕਸਾਨ ਹੋਇਆ ਮੇਜਰ ਸ਼ਰਮਾ ਦੀ ਟੁਕੜੀ ਨੂੰ। ਕਹਿੰਦੇ ਅੰਡਰ ਹੈਵੀ ਫਾਇਰ, ਤੇ ਉਸ ਗੋਲਾਬਾਰੀ, ਬੜੀ ਭਾਰੀ ਗੋਲਾਬਾਰੀ ਦੇ ਅਸਰ ਹੇਠ ਉਹਦੇ ਅੰਦਰ, ਐਂਡ ਆਊਟ ਨੰਬਰਡ 7 to 1, ਅਤੇ ਉਹਨਾਂ ਦੀ ਗਿਣਤੀ ਵੀ ਵੱਧ ਸੀਗੀ, ਇਹ ਥੋੜੇ ਸੀਗੇ ਉਹ ਜ਼ਿਆਦਾ ਸੀ, ਅਰਥਾਤ ਇੱਕ ਦੇ ਬਰਾਬਰ, ਇੱਕ ਇੰਡੀਅਨ ਦੇ ਬਰਾਬਰ ਉਹ 7 ਟਰਾਈਬਲ ਕਬੀਲੀਏ ਸੀਗੇ, ਠੀਕ ਹੈ। ਸੋਮਨਾਥ ਅਰਜਡ ਹਿਜ਼ ਕੰਪਨੀ ਟੂ ਫਾਈਟ ਬਰੇਵਲੀ, ਅਰਜ ਹੁੰਦਾ ਹੈ, ਅਰਜ ਦਾ ਮਤਲਬ ਇੱਥੇ ਹੁੰਦਾ ਹੈ ਉਹਨੇ ਹੱਲਾਸ਼ੇਰੀ ਦਿੱਤੀ, ਪ੍ਰੇਰਿਆ, ਹਿਜ਼ ਕੰਪਨੀ ਆਪਣੀ ਟੁਕੜੀ ਨੂੰ, ਟੂ ਫਾਈਟ ਬਰੇਵਲੀ ਕਿ ਉਹ ਬਹਾਦਰੀ ਦੇ ਨਾਲ ਲੜਨ, ਆਫਟਨ ਐਕਸਪੋਜ਼ਿੰਗ ਹਿਮਸੈਲਫ ਟੂ ਡੇਂਜਰ, ਤੇ ਕਈ ਵਾਰ ਉਹਨੇ ਆਪਣੇ ਆਪ ਨੂੰ ਵੀ ਖਤਰੇ ਵਿੱਚ ਪਾਇਆ, ਐਜ਼ ਹੀ ਰੈਨ ਫਰੋਮ ਪੋਸਟ ਟੂ ਪੋਸਟ, ਜਦੋਂ ਕਿ ਉਹ ਇੱਕ ਚੌਂਕੀ ਤੋਂ ਦੂਜੀ ਚੌਂਕੀ ਇੱਧਰੋਂ ਦੀ ਉੱਧਰ ਭੱਜਦਾ ਰਿਹਾ ਤੇ ਆਪਣੇ ਫੌਜੀਆਂ ਨੂੰ ਪ੍ਰੇਰਦਾ ਰਿਹਾ ਤੇ ਆਪਣੇ ਆਪ ਨੂੰ ਖਤਰੇ 'ਚ ਵੀ ਪਾਉਂਦਾ ਰਿਹਾ। ਵੈਨ ਹੈਵੀ ਕੈਜੂਅਲਟੀਜ਼ ਐਡਵਰਸਲੀ ਅਫੈਕਟਡ ਦੀ ਫਾਇਰਿੰਗ ਪਾਵਰ ਆਫ ਹਿਸ ਕੰਪਨੀ, ਜਦੋਂ ਬਹੁਤ ਸਾਰਾ ਜਾਨੀ ਨੁਕਸਾਨਾਂ ਨੇ, ਹੈਵੀ ਕੈਜੂਅਲਟੀ ਦਾ ਮਤਲਬ ਹੁੰਦਾ ਹੈ ਮਰ ਗਏ ਲੋਕ, ਹਾਦਸੇ ਵਿੱਚ, ਐਕਸੀਡੈਂਟ ਵਿੱਚ, ਕਿਸੇ ਵਿਪਦਾ ਵਿੱਚ, ਕਿਸੇ ਆਪਣਾ ਕੁਦਰਤੀ ਆਫਤ ਵਿੱਚ ਜਾਂ ਜੰਗ ਦੇ ਵਿੱਚ ਜਿਹੜੇ ਬੰਦੇ ਮਰਦੇ ਨੇ, ਉਸ ਇੱਕ ਕੈਜੂਅਲਟੀ ਦਾ ਮਤਲਬ ਇੱਕ ਮੌਤ ਨੂੰ ਕਿਹਾ ਜਾਂਦਾ ਹੈ ਕੈਜੂਅਲਟੀ। ਸੋ ਕੈਜੂਅਲਟੀਜ਼ ਮੈਨੇ ਬਹੁਤ ਸਾਰੀਆਂ ਮੌਤਾਂ, ਹੈਵੀ ਕੈਜੂਅਲਟੀਜ਼ ਮੈਨੇ ਬਹੁਤ ਸਾਰੀਆਂ ਮੌਤਾਂ ਨੇ ਜਦੋਂ ਐਡਵਰਸਲੀ ਅਫੈਕਟਡ, ਬੜਾ ਮਾੜਾ ਅਸਰ ਪਾਇਆ ਕਿਤੇ, ਦੀ ਫਾਇਰਿੰਗ ਪਾਵਰ ਆਫ ਹਿਸ ਕੰਪਨੀ, ਉਹਦੀ ਟੁਕੜੀ ਦੀ ਜਿਹੜੀ ਉਹ ਜੰਗ ਲੜਨ ਦੀ, ਬੰਦੂਕਾਂ ਚਲਾਉਣ ਦੀ, ਗੋਲਾਬਾਰੀ ਕਰਨ ਦੀ ਤਾਕਤ ਤੇ ਜਦ ਬੜਾ ਮਾੜਾ ਅਸਰ ਪਾਇਆ। ਮੇਜਰ ਸ਼ਰਮਾ ਵਿਦ ਹਿਜ਼ ਰਾਈਟ ਹੈਂਡ ਇਨ ਪਲਾਸਟਰ, ਤੇ ਮੇਜਰ ਸ਼ਰਮਾ ਨੇ ਜਦੋਂ ਕਿ ਉਹਦਾ ਸੱਜਾ ਹੱਥ ਪਲਸਤਰ ਵਿੱਚ ਸੀਗਾ, took upon himself the task ਮੈਨੇ ਉਹਨੇ ਆਪਣੇ ਆਪ ਤੇ ਇਹ ਜ਼ਿੰਮੇਵਾਰੀ ਲੈ ਲਈ, ਕਾਹਦੀ, ਆਫ ਫਿਲਿੰਗ ਦੀ ਮੈਗਜ਼ੀਨਸ ਹੁੰਦਾ ਬੱਚਿਓ ਬੰਦੂਕ ਦਾ ਉਹ ਹਿੱਸਾ ਹੁੰਦਾ ਹੈ ਜਿਹ 'ਚ ਗੋਲੀਆਂ ਪਾਈ ਜਾਂਦੀਆਂ, ਤੇ ਗੋਲੀਆਂ ਜਿਹੜੇ ਖਤਮ ਹੋ ਜਾਂਦੀਆਂ ਫਿਰ ਨਵੀਂ ਮੈਗਜ਼ੀਨ ਫਿੱਟ ਕੀਤੀ ਜਾਂਦੀ ਹੈ ਤੇ ਖਾਲੀ ਮੈਗਜ਼ੀਨ 'ਚ ਗੋਲੀਆਂ ਭਰੀਆਂ ਜਾਂਦੀਆਂ, ਅਰਥਾਤ ਉਹਨੇ ਆਪ ਇਹ ਜ਼ਿੰਮੇਵਾਰੀ ਲੈ ਲਈ ਕਿ ਮੈਗਜ਼ੀਨ ਦੇ ਵਿੱਚ ਗੋਲੀਆਂ ਭਰਨ ਦੀ, ਐਂਡ ਇਸ਼ੂਇੰਗ them to men, ਤੇ ਇਸ਼ੂ ਮੈਨੇ ਦੇਣੀਆਂ, ਜਾਰੀ ਕਰਨੀਆਂ, ਤੇ ਭਰ ਕੇ ਆਪਣੇ ਬੰਦਿਆਂ ਨੂੰ ਮੈਗਜ਼ੀਨਸ ਗੋਲੀਆਂ ਨਾਲ ਭਰ ਕੇ ਦੇਣ ਦਾ ਕੰਮ ਆਪਣੇ ਆਪ ਤੇ ਲੈ ਲਿਆ। ਆਪਰੇਟਿੰਗ ਲਾਈਟ ਮਸ਼ੀਨ ਗਨਸ, ਤੇ ਜਿਹੜੇ ਉਹ ਆਦਮੀ ਕਿਹੜੇ ਸੀਗੇ, ਉਹ ਲਾਈਟ ਮਸ਼ੀਨ ਗਨ, ਜਿਹਨੂੰ LMG ਵੀ ਕਹਿ ਦਿੰਦੇ ਆ ਸ਼ਾਰਟ ਫਾਰਮ 'ਚ, LMG ਦਾ ਮਤਲਬ ਲਾਈਟ ਮਸ਼ੀਨ ਗਨ, ਜਿਹੜੇ ਛੋਟੀਆਂ ਗੰਨਾਂ ਜਿਹੜੀਆਂ ਚਲਾ ਰਹੇ ਸੀਗੇ ਉਹਨਾਂ ਨੂੰ ਮੈਗਜ਼ੀਨ ਗੋਲੀਆਂ ਦੀ ਭਰ ਕੇ ਦੇਣ ਲੱਗਿਆ। ਵਾਈਲ ਹੀ ਵਾਜ਼ ਬਿਜ਼ੀ ਫਾਈਟਿੰਗ ਦਾ ਐਨੀਮੀ, ਜਦੋਂ ਉਹ ਦੁਸ਼ਮਣ ਨਾਲ ਲੜਨ ਵਿੱਚ ਰੁੱਝਿਆ ਹੋਇਆ ਸੀ, ਆ ਮੋਟਰ ਉਹ ਜਿਹੜੀ ਵੱਡੀ ਹੈਵੀ ਬੰਦੂਕ, ਗਨ, ਸ਼ੈਲ ਮੈਨੇ ਗੋਲਾ, ਇੱਕ ਵੱਡਾ ਬੰਦੂਕ ਦਾ ਜਿਹੜਾ ਗੋਲਾ ਸੀਗਾ ਐਕਸਪਲੋਡਡ,
ਉਹ ਫਟਿਆ। ਔਨ ਦੀ ਐਮੂਨੀਸ਼ਨ ਹੁੰਦਾ ਅਸਲਾ, ਨੀਅਰ ਹਿਮ, ਉਹਦੇ ਲਾਗੇ ਜੋ ਅਸਲਾ ਪਿਆ ਸੀ, ਬਰੂਦ ਪਿਆ ਸੀ, ਉਹਦੇ ਲਾਗੇ ਜਾ ਕੇ ਉਹ ਜਿਹੜਾ ਗੋਲਾ ਸੀ ਫਟਿਆ। ਹਿਜ਼ ਲਾਸਟ ਮੈਸੇਜ ਟੂ ਬ੍ਰਿਗੇਡ ਹੈੱਡਕੁਆਟਰ, HQ ਦਾ ਮਤਲਬ ਹੈੱਡਕੁਆਟਰ, ਉਹਦਾ ਅਖੀਰਲਾ ਮੈਸੇਜ ਜੋ ਬ੍ਰਿਗੇਡ ਹੈੱਡਕੁਆਟਰ ਨੂੰ ਗਿਆ ਬਿਫੋਰ ਹੀ ਵਾਜ਼ ਕਿਲਡ ਵਾਜ਼, ਇਸ ਤੋਂ ਉਹਦੇ ਮਰਨ ਤੋਂ ਪਹਿਲੇ ਉਹ ਇਹ ਸੀ, ਉਹਦਾ ਮੈਸੇਜ ਸੀ ਇਹ। ਹੁਣ ਮੈਸੇਜ ਇਨਵਰਟਿਡ ਕੋਮਾ ਵਿੱਚ ਹੈਗਾ, ਦੇਖੋ ਇਨਵਰਟਿਡ ਕੋਮਾ ਇੱਥੋਂ ਦੀ ਇੱਥੇ ਤੱਕ, ਇਹ ਉਹਦਾ ਸੁਨੇਹਾ ਹੈਗਾ ਮੈਸੇਜ। ਦੀ ਐਨੀਮੀਜ਼ ਆਰ ਓਨਲੀ 50 yards ਫਰੋਮ ਅਸ, ਕਹਿੰਦੇ ਜਿਹੜੇ ਦੁਸ਼ਮਣ ਨੇ ਸਾਡੇ ਤੋਂ ਸਿਰਫ 50 ਗਜ਼ ਦੀ ਦੂਰੀ ਤੇ ਹਨ। ਵੀ ਆਰ ਅੰਡਰ ਡਿਵਾਸਟੇਟਿੰਗ ਫਾਇਰ, ਅਸੀਂ ਤਬਾਹਕੁਨ ਗੋਲਾਬਾਰੀ ਦੇ ਅਸਰ ਹੇਠ ਹਾਂ। ਅੰਡਰ ਡਿਵਾਸਟੇਟਿੰਗ ਮੈਨੇ ਤਬਾਹਕੁਨ, ਫਾਇਰ ਮੈਨੇ ਇੱਥੇ ਫਾਇਰ ਤੋਂ ਅੱਗ ਨਹੀਂ ਹੈਗਾ, ਫਾਇਰ ਮੈਨੇ ਗੋਲਾਬਾਰੀ। ਆਈ ਸ਼ੈਲ ਨਾਟ ਵਿਦਡਰਾ ਐਨ ਇੰਚ, ਮੈਂ ਇੱਕ ਵੀ ਇੰਚ ਪਿੱਛੇ ਨਹੀਂ ਹਟਾਂਗਾ, ਵਿਦਡਰਾ ਹੁੰਦਾ ਪਿੱਛੇ ਹਟਣਾ। ਬਟ ਵਿਲ ਫਾਈਟ, ਪਰ ਲੜਾਂਗਾ, ਟੂ ਅਵਰ ਲਾਸਟ ਮੈਨ, ਆਪਣੇ ਅਖੀਰਲੇ ਬੰਦੇ ਤੱਕ, ਐਂਡ ਅਵਰ ਲਾਸਟ ਰਾਊਂਡ, ਅਤੇ ਆਪਣੇ ਅਖੀਰਲੀਆਂ ਗੋਲੀਆਂ ਤੱਕ। ਇੱਥੇ ਰਾਊਂਡ ਦਾ ਮਤਲਬ ਹੈ ਜੋ ਅਸਲੇ ਦਾ ਸਾਡਾ ਮੈਗਜ਼ੀਨ ਚੱਲੀ ਗੋਲੀ ਨਾਲ ਭਰੀ ਹੈ ਤੇ ਉਹਨੂੰ ਇੱਕ ਰਾਊਂਡ ਕਹਿ ਦਿੰਦੇ ਆ ਨਾ। ਸੋ ਕਹਿੰਦੇ ਬਾਈ ਦੀ ਟਾਈਮ ਦੀ ਰਿਲੀਫ ਕੰਪਨੀ ਆਫ 1st ਬਟਾਲੀਅਨ ਕੁਮਾਊਂ ਰੈਜੀਮੈਂਟ ਰੀਚ ਬਡਗਾਮ, ਕਹਿੰਦੇ ਬਾਈ ਦਾ ਟਾਈਮ ਜਦੋਂ ਤੱਕ ਉਹਨਾਂ ਦੀ ਮਦਦ ਕਰਨ ਵਾਲੀ ਟੁਕੜੀ, ਹੋਰ ਟੁਕੜੀ ਆਈ, ਰਿਲੀਫ ਕੰਪਨੀ ਦਾ ਮਤਲਬ ਹੈ ਮਦਦ ਦੇਣ ਵਾਲੀ ਦੂਜੀ ਟੁਕੜੀ ਆਈ, ਔਰ 1st ਬਟਾਲੀਅਨ ਕੁਮਾਊਂ ਰੈਜੀਮੈਂਟ ਦੀ ਆਈ, ਰੀਚਡ ਬੈਡਗਮ, ਜਦ ਤੱਕ ਉਹ ਪਹੁੰਚੀ ਮਦਦ ਦੇਣ ਵਾਲੀ ਟੁਕੜੀ ਬੈਡਗਮ ਪਹੁੰਚੀ। ਦੀ ਪੋਜੀਸ਼ਨ ਹੈਡ ਬੀਨ ਓਵਰਨ, ਜਿਹੜੀ ਉਹ ਪੋਜੀਸ਼ਨ ਸੀ ਹੈਡ ਬੀਨ ਓਵਰਨ ਦਾ ਮਤਲਬ ਉੱਤੇ ਕਬਜ਼ਾ ਕਰ ਲਿਆ ਗਿਆ ਸੀਗਾ। ਓਵਰਨ ਦਾ ਮਤਲਬ ਹੁੰਦਾ ਬਹੁਤ ਸਾਰੀ ਗਿਣਤੀ ਵਿੱਚ ਕਬਜ਼ਾ ਕਰ ਲੈਣਾ, ਅਰਥਾਤ ਜਿਹੜੇ ਕਬੀਲੀਏ ਸੀਗੇ ਉਹ ਬਹੁਤ ਵੱਡੀ ਗਿਣਤੀ ਵਿੱਚ ਉੱਥੇ ਕਾਬਜ ਹੋ ਚੁੱਕੇ ਸੀ। ਹਾਊਐਵਰ, ਪਰ ਦੀ 200 ਕੈਜੁਅਲਟੀ ਸਫਰਡ ਬਾਈ ਦੀ ਐਨੀਮੀ, ਪਰ 200 ਦੇ ਕਰੀਬ ਜਿਹੜਾ ਜਾਨੀ ਨੁਕਸਾਨ ਦੁਸ਼ਮਣ ਦਾ ਹੋਇਆ ਜਦੋਂ ਇਹਨਾਂ ਨੇ ਫਿਰ ਰਿਲੀਫ ਕੰਪਨੀ ਲੜਾਈ ਜਾਰੀ ਰੱਖੀ ਤੇ 200 ਦੇ ਕਰੀਬ ਜਿਹੜੇ ਧਾੜਵੀ ਸੀ ਮਾਰੇ ਗਏ। ਸੋ ਹਾਊਐਵਰ ਦੀ 200 ਕੈਜੁਅਲਟੀ ਸਫਰਡ ਬਾਈ ਦੀ ਐਨੀਮੀ ਮੇਡ them lose their impetus, impetus ਦਾ ਮਤਲਬ ਜੋਸ਼, ਜਿਹੜੀ ਚੀਜ਼ ਉਹਨਾਂ ਨੂੰ ਅੱਗੇ ਧੱਕ ਰਹੀ ਸੀ, ਅੱਗੇ ਵਧਣ ਲਈ ਪ੍ਰੇਰ ਰਹੀ ਸੀ, ਟੂ ਐਡਵਾਂਸ, ਅੱਗੇ ਵਧਣ ਦੀ ਜੋ ਜੋਸ਼ ਸੀਗਾ ਉਹ ਮੇਡ them lose, ਅਰਥਾਤ ਜਦੋਂ 200 ਬੰਦੇ ਉਹਨਾਂ ਦੇ ਮਰ ਗਏ ਤੇ ਉਹਨਾਂ ਦਾ ਜੋਸ਼ ਅੱਗੇ ਵਧਣ ਦਾ ਠੰਡਾ ਪੈ ਗਿਆ। ਦੀ ਇੰਡੀਅਨ ਟਰੂਪਸ ਇਨ ਦਾ ਮੀਨ ਟਾਈਮ ਮੈਨੇ ਇਸ ਦੌਰਾਨ, ਇੰਡੀਅਨ ਟਰੂਪਸ ਮੈਨੇ ਭਾਰਤੀ ਫੌਜੀ, ਫਲਿਊ ਇਨ ਟੂ ਸ਼੍ਰੀਨਗਰ, ਉਹ ਫਿਰ ਸ਼੍ਰੀਨਗਰ ਵੱਲ ਹਵਾਈ ਜਹਾਜ਼ਾਂ ਰਾਹੀਂ ਆ ਗਏ, ਹੋਰ ਫੌਜੀ ਆ ਗਏ। ਏਅਰਫੀਲਡ ਮੈਨੇ ਏਅਰਪੋਰਟ, ਜਿੱਥੋਂ ਦੀ ਹਵਾਈ ਜਹਾਜ਼ ਉੱਡਦੇ ਨੇ ਤੇ ਥੱਲੇ ਉਤਰਦੇ ਨੇ। ਐਂਡ ਬਲੌਕਡ ਆਲ ਰੂਟਸ ਟੂ ਸ਼੍ਰੀਨਗਰ, ਤੇ ਸ਼੍ਰੀਨਗਰ ਦੇ ਆਲੇ ਦੁਆਲੇ ਜਿਹੜੇ ਵੀ ਰਾਹ ਸ਼੍ਰੀਨਗਰ ਨੂੰ ਆਉਂਦੇ ਨੇ ਉਹ ਸਾਰੇ ਰਸਤਿਆਂ ਨੂੰ ਬਲੌਕ ਕਰਤਾ, ਰੋਕ ਦਿੱਤਾ। ਇਨ ਦਿਸ ਮੈਨਰ, ਇਸ ਢੰਗ ਦੇ ਨਾਲ ਸੋਮਨਾਥ ਸ਼ਰਮਾ ਪ੍ਰੀਵੈਂਟਡ ਦੀ ਫਾਲ ਆਫ ਸ਼੍ਰੀਨਗਰ, ਇਸ ਢੰਗ ਦੇ ਨਾਲ ਸੋਮਨਾਥ ਸ਼ਰਮਾ ਨੇ ਸ਼੍ਰੀਨਗਰ ਨੂੰ ਡਿੱਗਣ ਤੋਂ ਅਰਥਾਤ ਦੁਸ਼ਮਣ ਦੇ ਹੱਥ ਵਿੱਚ ਜਾਣ ਤੋਂ ਰੋਕ ਲਿਆ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡਾ ਲੈਸਨ ਨੰਬਰ 7 ਦਾ ਪਾਰਟ 1, ਜਿਹਦੇ ਵਿੱਚ ਅਸੀਂ ਮੇਜਰ ਸੋਮਨਾਥ ਸ਼ਰਮਾ ਦੀ ਗੱਲ ਕੀਤੀ ਹੈ, ਤੇ ਅਗਲੇ ਵੀਡੀਓ ਵਿੱਚ ਅਗਲੇ ਜਿਹੜੇ ਸੈਕਸ਼ਨ ਨੇ, ਅਗਲੇ ਜਿਹੜੇ ਇਹਦੇ ਮਾਰਟਿਰਸ ਨੇ ਉਹਨਾਂ ਦੀ ਗੱਲ ਕਰਾਂਗੇ। ਤੇ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਉਤਸ਼ਾਹ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।